ਹਾਲੇਲੂਇਆ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੇ ਮਹਾਨ ਅਨੁਗ੍ਰਹਿ ਕਿਰਪਾ ਦੁਆਰਾ ਫਿਰ ਤੋਂ ਪ੍ਰਭੂ ਨੇ ਮੈਨੂੰ ਆਤਮਿਕ ਭੋਜਨ ਦਿੱਤਾ ਹੈ ਤਾਂ ਕਿ ਇਸ ਭੋਜਨ ਨੂੰ ਖਾ ਕੇ ਤੁਸੀਂ ਔਰ ਤੁਹਾਡੇ ਨਾਲ ਮੈਂ ਵੀ ਤ੍ਰਿਪਤ ਹੋ ਜਾਈਏ ਯਿਸੂ ਮਸੀਹ ਨਾਲ। ਆਤਮਿਕ ਭੋਜਨ ਦਾ ਨਾਮ ਹੈ ਇੱਕ ਬਹੁਤ ਵਧੀਆ ਅੰਤ। ਦੇਖੋ, ਸਰੀਰ 'ਚ ਤਾਂ ਸਭਨਾਂ ਨੇ ਮਰਨਾ, ਲੇਕਿਨ ਜਿਹੜਾ ਸਾਡਾ ਅੰਤ ਹੈ ਉਹ ਵਧੀਆ ਹੋਣਾ ਚਾਹੀਦਾ। ਤਾਂ ਇਹ ਭੋਜਨ ਇੱਕ ਵਧੀਆ ਅੰਤ ਦੇ ਬਾਰੇ ਪ੍ਰਭੂ ਨੇ ਮੈਨੂੰ ਪ੍ਰਭੂ ਯਿਸੂ ਮਸੀਹ ਦੀ ਮਹਾਨ ਅਨੁਗ੍ਰਹਿ ਕਿਰਪਾ ਦੁਆਰਾ ਦਿੱਤਾ ਹੈ। ਸੋ ਇਸ ਭੋਜਨ ਨੂੰ ਵੰਡਣ ਦੇ ਲਈ ਉਸ ਤੋਂ ਪਹਿਲਾਂ ਆਪਾਂ ਆਪਣੇ ਮਨ ਨੂੰ ਤਿਆਰ ਕਰੀਏ ਤਾਂ ਕਿ ਬੀਜ ਮਨ ਦੇ ਵਿੱਚ ਜੋ ਬੋਇਆ ਜਾਵੇ ਤਾਂ ਬਹੁਤ ਸਾਰਾ ਫਲ ਲੈ ਕੇ ਆਵੇ। ਇਸ ਲਈ ਮੈਂ ਸਾਰੇ ਭੈਣ ਭਾਈ ਨੂੰ ਬੇਨਤੀ ਪ੍ਰਾਰਥਨਾ ਕਰਦਾ ਕਿ ਸਾਰੇ ਜਣੇ ਆਪਣੀ ਅੱਖਾਂ ਨੂੰ ਮੀਚੋ। ਜਿਸ ਭੈਣਾਂ ਨੇ ਸਿਰ 'ਤੇ ਚੁੰਨੀ ਨਹੀਂ ਲਿੱਤੀ ਹੋਈ, ਪਲੀਜ਼ ਮੈਂ ਬੇਨਤੀ ਪ੍ਰਾਰਥਨਾ ਕਰਦਾ ਹਾਂ ਕਿ ਆਪਣੇ ਸਿਰ ਉੱਤੇ ਚੁੰਨੀ ਲੈ ਲਓ ਔਰ ਪਰਮੇਸ਼ਵਰ ਦੀ ਹਜ਼ੂਰੀ 'ਚ ਆਦਰ ਦੇ ਨਾਲ ਆਪਾਂ ਆਨੰਦ ਮਾਣੀਏ। ਸੋ ਲੈਟਸ ਪ੍ਰੇ। ਹਾਲੇਲੂਇਆ। ਸਰਵ ਸ਼ਕਤੀਮਾਨ ਪਰਮੇਸ਼ਵਰ ਯਹੋਵਾ ਪ੍ਰਭੂ ਯਿਸੂ ਮਸੀਹ ਨਾਲ ਤੁਹਾਡਾ ਧੰਨਵਾਦ ਹੋਵੇ, ਤੁਹਾਡੀ ਵਡਿਆਈ ਹੋਵੇ, ਤੁਹਾਡੀ ਮਹਿਮਾ ਹੋਵੇ, ਤੁਹਾਡੀ ਆਰਾਧਨਾ ਹੋਵੇ। ਪ੍ਰਭੂ ਜੀ, ਅੱਜ ਦਾ ਦਿਨ ਦਿਖਾਇਆ, ਧੰਨਵਾਦ। ਅੱਜ ਦੇ ਸੁੰਦਰ ਸਮੇਂ ਲਈ ਧੰਨਵਾਦ। ਅੱਜ ਦੇ ਅੱਛੇ ਮੌਸਮ ਦੇ ਲਈ ਧੰਨਵਾਦ ਪ੍ਰਭੂ ਜੀ। ਅੱਜ ਦੀ ਦੁਪਹਿਰ ਦਿੱਤੀ, ਧੰਨਵਾਦ ਪ੍ਰਭੂ ਜੀ। ਦੁਪਹਿਰ ਟਾਈਮ ਮੈਂ ਦਾਨਿਸ਼ ਤੁਹਾਡੇ ਪਾਕ ਔਰ ਪਵਿੱਤਰ ਸਿੱਧ ਸੰਤਾਂ ਸਮੇਤ ਪ੍ਰਭੂ ਜੀ, ਮੈਂ ਪ੍ਰਭੂ ਜੀ ਤੁਹਾਡੇ ਸਾਰੇ ਲੋਕਾਂ ਨਾਲ ਜੋ ਪ੍ਰਭੂ ਜੀ ਇਸ ਵਕਤ ਤੁਹਾਡੇ ਕਲਾਮ ਨੂੰ ਸੁਣ ਰਹੇ ਔਰ ਜੋ ਅੱਗੇ ਸੁਣਨਗੇ, ਸਭਨਾਂ ਨਾਲ ਮਿਲ ਕੇ ਤੁਹਾਡੀ ਪਾਕ ਔਰ ਪਵਿੱਤਰ ਚਰਨਾਂ 'ਚ ਪ੍ਰਭੂ ਯਿਸੂ ਮਸੀਹ ਨਾਂ 'ਚ ਹਾਜ਼ਰ ਹੈ ਪ੍ਰਭੂ ਜੀ। ਉਹ ਸਰਵ ਸ਼ਕਤੀਮਾਨ ਪਰਮੇਸ਼ਵਰ, ਉਹ ਪ੍ਰਭੂ ਯਿਸੂ ਮਸੀਹ ਜੀ ਦੀ ਮਹਾਨ ਅਨੁਗ੍ਰਹਿ ਕਿਰਪਾ, ਪ੍ਰਭੂ ਯਿਸੂ ਦੀ ਮਹਾਨ ਅਨੁਗ੍ਰਹਿ ਕਿਰਪਾ ਸਾਡੇ ਮਨ, ਸੋਚ, ਵਿਚਾਰ, ਇੱਛਾ, ਸ਼ੁਕਰਾਤਮਿਕ ਅੰਗਾਂ 'ਚ ਭਰ ਦਿਓ ਪ੍ਰਭੂ ਜੀ, ਤਾਂ ਕਿ ਜੋ ਕਲਾਮ ਪਰਮੇਸ਼ਵਰ ਤੁਸੀਂ ਸਾਨੂੰ ਦੇ ਰਹੇ ਹੋ, ਜੋ ਕਲਾਮ ਦੇ ਦੁਆਰਾ ਪਰਮੇਸ਼ਵਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਪਵਿੱਤਰ ਆਤਮਾ ਜੀ, ਉਹ ਵਚਨ ਪ੍ਰਭੂ ਜੀ, ਹਾਲੇਲੂਇਆ ਪ੍ਰਭੂ ਜੀ, ਸਾਡੇ ਕੰਨਾਂ ਦੁਆਰਾ ਸਾਡੇ ਹਿਰਦੇ ਦੀ ਗਹਿਰਾਈਆਂ ਤੱਕ ਪਹੁੰਚੇ ਪ੍ਰਭੂ ਜੀ। ਔਰ ਪਰਮੇਸ਼ਵਰ ਅਸੀਂ ਵਚਨ ਨੂੰ ਸੁਣ ਕੇ ਭੁੱਲੀਏ ਨਾ ਪ੍ਰਭੂ ਜੀ, ਬਲਕਿ ਵਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ ਪ੍ਰਭੂ ਜੀ। ਐਸੀ ਦਇਆ, ਐਸੀ ਕਿਰਪਾ ਬਖਸ਼ਣਾ ਪ੍ਰਭੂ ਜੀ। ਦਇਆ ਕਰਨਾ, ਕਿਰਪਾ ਕਰਨਾ, ਸਹਾਇਤਾ ਕਰਨਾ। ਉਹ ਸਰਵ ਸ਼ਕਤੀਮਾਨ ਪਰਮੇਸ਼ਵਰ, ਬਾਕੀ ਦੇ ਰਹਿੰਦੇ ਸਮੇਂ ਨੂੰ ਮੈਂ ਤੁਹਾਡੇ ਜ਼ੋਰਾਵਰ ਹੱਥਾਂ ਵੀ ਸੌਂਪਦਾ। ਇਸ ਛੋਟੀ ਬੇਨਤੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਨਾਂ 'ਚ ਮੰਗਦਾ, ਸੁਣੋ, ਕਬੂਲ ਕਰੋ। ਆਮੀਨ ਔਰ ਆਮੀਨ। ਪ੍ਰਭੂ ਯਿਸੂ ਮਸੀਹ ਦੇ ਪਾਕ ਔਰ ਪਵਿੱਤਰ ਸ਼ਰੀਕ ਔਰ ਆਤਮਿਕ ਇਜ਼ਰਾਈਲ ਨੂੰ ਸਦਾ ਔਰ ਸਰਬਦਾ ਸਿੱਧ ਸ਼ਾਂਤੀ ਮਿਲਦੀ ਰਹੇ ਪ੍ਰਭੂ ਯਿਸੂ ਮਸੀਹ ਨਾਂ 'ਚ। ਆਮੀਨ ਆਮੀਨ। ਥੈਂਕ ਯੂ ਜੀਸਸ। ਹਾਲੇਲੂਇਆ। ਸੋ ਮੇਰੀ ਭੈਣ ਅਤੇ ਭਰਾਵੋ, ਪਰਮੇਸ਼ਵਰ ਨੇ ਆਪਣੇ ਕਲਾਮ ਉਪਦੇਸ਼ਕ ਦੀ ਪੋਥੀ ਤੋਂ ਇਹ ਵਚਨ ਮੈਨੂੰ ਦਿੱਤਾ ਹੈ। ਤਾਂ ਮੈਂ ਚਾਹਾਂਗਾ ਸਾਰੇ ਆਪਾਂ ਮਿਲ ਕੇ ਉਪਦੇਸ਼ਕ ਦੀ ਪੋਥੀ 7 ਦੀ 8 ਕੱਢੀਏ। ਪਲੀਜ਼ ਮੇਰੇ ਨਾਲ ਕੱਢੋ, ਆਪਾਂ ਮਿਲ ਕੇ ਪੜ੍ਹਦੇ ਹਾਂ। प्रभु ने लिखा कलाम दे विच, और किसी काम के
कोई भी काम है, किसी काम के आरंभ से उसका अंत उत्तम है। ਕਿਸੇ ਵੀ ਕੰਮ ਦੀ ਸ਼ੁਰੂਆਤ, ਕਿਸੇ ਵੀ ਕੰਮ ਦੀ ਸ਼ੁਰੂਆਤ ਲਾ ਲਓ, ਕਿਸੇ ਦੇ ਜੀਵਨ ਦੀ ਸ਼ੁਰੂਆਤ ਲਾ ਲਓ, ਚਾਹੇ ਉਹ ਮਾੜੀ ਕਿਉਂ ਨਾ ਹੋਵੇ। ਫਰਜ਼ ਕਰ ਲਓ ਅਸੀਂ ਆਪਣੇ ਜੀਵਨ ਨੂੰ ਲੈ ਕੇ ਚੱਲਦੇ ਹਾਂ ਕਿ ਸਾਡੇ ਜੀਵਨ ਦੀ ਸ਼ੁਰੂਆਤ ਮਾੜੀ ਹੈ, ਲੇਕਿਨ ਸ਼ੁਰੂਆਤ ਕੈਸੀ ਵੀ ਕਿਉਂ ਨਾ ਹੋਵੇ, ਲੇਕਿਨ ਉਸ ਦਾ ਜਿਹੜਾ ਅੰਤ ਹੈ ਉਹ ਅੱਛਾ ਹੋਣਾ ਚਾਹੀਦਾ। ਸਾਡੇ ਜੀਵਨ ਦਾ ਅੰਤ ਅੱਛਾ ਹੋਣਾ ਚਾਹੀਦਾ। ਅਸੀਂ ਆਪਣਾ ਅੰਤ ਸਵਾਰ ਰਹੇ ਹਾਂ, अनंत अंत और एंड अनंत सवार रहे हैं। उस अनंत ਨੂੰ ਸਵਾਰਨ ਦੇ ਲਈ परमात्मा ने एक कलाम दिता है। प्रभु कहते हैं कि किसी काम के आरंभ से उसका अंत उत्तम है और धीरजवंत पुरुष अंकारी से उत्तम है। ਜਿਹੜਾ ਧੀਰਜ ਰੱਖਦਾ ਹੈ ਆਪਣੇ ਆਤਮਾ ਦੇ ਵਿੱਚ, ਉਹ ਜਿਹੜੇ ਘਮੰਡੀ ਹੈ, ਜਿਹੜੇ ਹੰਕਾਰੀ ਹੈ, ਉਹਨਾਂ ਤੋਂ ਧੀਰਜਵੰਤ ਪੁਰਸ਼ ਉੱਤਮ ਹੈ। ਬਾਣੀ ਉਸ ਨੂੰ ਉੱਤਮ ਬੋਲਦੀ ਹੈ। ਸੋ ਇਸ ਵਚਨ ਤੋਂ ਪ੍ਰਭੂ ਸਾਨੂੰ ਸਿਖਾ ਰਹੇ ਹਨ ਕਿ ਤੂੰ ਧੀਰਜਵੰਤ ਪੁਰਸ਼ ਬਣ। ਕਿਹੜਾ ਪੁਰਸ਼ ਬਣਨਾ ਸਾਨੇ? ਧੀਰਜਵੰਤ, ਧੀਰਜ ਰੱਖਣ ਵਾਲਾ। ਉਤਾਵਲੀ, ਜਲਦਬਾਜ਼ੀ, ਕਾਲੀ ਨਹੀਂ ਕਰਨੀ। ਕਿਸੇ ਵੀ ਕੰਮ 'ਚ, ਜੋ ਵੀ ਅਸੀਂ ਕੰਮ ਕਰਦੇ ਹਾਂ ਉਸ 'ਚ ਵੀ ਕਿਸੇ ਪ੍ਰਕਾਰ ਦੀ ਜਲਦਬਾਜ਼ੀ ਨਹੀਂ ਕਰਨੀ। ਕੋਈ ਵੀ ਕੰਮ ਅਸੀਂ ਕਰਦੇ ਹਾਂ, ਅਸੀਂ ਆਪਣੇ ਕੰਮ 'ਤੇ ਜਾਣਾ ਹੈ, ਕੋਈ ਜਲਦਬਾਜ਼ੀ ਨਹੀਂ ਕਰਨੀ। ਘਰ ਦੇ ਵਿੱਚੋਂ ਬਾਹਰ ਵੀ ਨਿਕਲਣਾ ਹੈ ਤਾਂ ਪਰਮਾਤਮਾ ਦੀ ਪ੍ਰਾਰਥਨਾ ਕਰਕੇ, ਪ੍ਰਭੂ ਦੀ ਹਜ਼ੂਰੀ 'ਚ ਆਨੰਦ ਮਾਣ ਕੇ, ਪ੍ਰਭੂ ਤੋਂ ਇਜਾਜ਼ਤ ਲੈ ਕੇ, ਪਰਮਾਤਮਾ ਨੂੰ ਆਪਣੇ ਨਾਲ ਲੈ ਕੇ ਫਿਰ ਘਰ ਤੋਂ ਬਾਹਰ ਨਿਕਲਣਾ। ਜਲਦਬਾਜ਼ੀ ਨਹੀਂ, ਕਿਸੇ ਦਾ ਫੋਨ ਆ ਗਿਆ ਫਟਾਫਟ ਭੱਜ ਲੈ, ਨਹੀਂ। ਕੋਈ ਵੀ ਕੰਮ, ਪ੍ਰਭੂ ਕਹਿੰਦੇ ਕੋਈ ਵੀ ਕੰਮ ਤੂੰ ਮੇਰੇ ਤੋਂ ਬਗੈਰ ਨਹੀਂ ਕਰ ਸਕਦਾ। ਕਲਾਮ 'ਚ ਲਿਖਿਆ ਕੋਈ ਵੀ ਕੰਮ ਮੇਰੇ ਤੋਂ ਬਗੈਰ ਨਹੀਂ ਕਰ ਸਕਦਾ। ਅਗਰ ਅਸੀਂ ਕੋਈ ਵੀ ਕੰਮ ਅੱਜ ਤੱਕ ਪਰਮਾਤਮਾ ਤੋਂ ਬਗੈਰ ਕਰਦੇ ਵੀ ਹੈ, ਉਹ ਸਫਲ ਨਹੀਂ ਹੋਣਗੇ। ਇਸ ਕਰਕੇ ਅਸੀਂ ਕਿਸੇ ਵੀ ਕੰਮ ਦੇ ਵਿੱਚ ਕਾਲੀ ਨਹੀਂ ਕਰਨੀ, ਜਲਦਬਾਜ਼ੀ ਨਹੀਂ ਕਰਨੀ। ਧੀਰਜਵੰਤ ਬਣਨ ਨਾਲ ਤੇਰਾ ਅੰਤ ਵਧੀਆ ਹੋਏਗਾ। ਅਗਰ ਅਸੀਂ ਸ਼ਾਂਤੀਪੂਰਵਕ ਰਹਾਂਗੇ, ਧੀਰਜਵੰਤ ਰਹਾਂਗੇ ਤਾਂ ਸਾਡਾ ਅੰਤ ਕੀ ਹੋਏਗਾ? ਵਧੀਆ ਹੋਏਗਾ। ਸਾਡੇ ਕੋਈ ਵੀ ਕੰਮ ਜਿਹੜਾ ਵੀ ਅਸੀਂ ਕਰਦੇ ਹੋਵਾਂਗੇ ਉਸ ਦਾ ਅੰਤ ਵਧੀਆ ਹੋਏਗਾ। ਜਿੰਨਿਆਂ ਦਾ ਆਤਮਾ ਸਬਰ ਵਾਲਾ ਹੈ, ਜਿੰਨੇ ਵੀ ਮਨੁੱਖਾਂ ਦਾ ਆਤਮਾ ਸਬਰ ਵਾਲਾ ਹੈ, ਧੀਰਜਵੰਤ ਹੈ, ਉਹਨਾਂ ਦਾ ਆਤਮਾ ਦੂਸਰਿਆਂ ਦੇ ਆਤਮਾ ਨਾਲੋਂ ਉੱਤਮ ਹੈ। ਸਬਰ ਵਾਲਾ ਆਤਮਾ ਦੂਸਰਿਆਂ ਦੇ ਆਤਮਾਵਾਂ ਤੋਂ ਉੱਤਮ ਹੈ। ਸੰਤ ਯਾਕੂਬ ਪਰਮੇਸ਼ਵਰ ਦਾ ਦਾਸ ਹੈ। ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖਦੇ ਹਾਂ। ਉਹਨਾਂ ਨੇ ਵਚਨ ਦੇ ਵਿੱਚ ਲਿਖਿਆ 5:11 'ਚ, ਪਲੀਜ਼ ਆਪਾਂ ਫਿਰ ਤੋਂ ਖੋਲਾਂਗੇ। ਯਾਕੂਬ 5:11 ਕੱਢਿਓ। देखो हम धीरज धरने वालों को धन्य कहते हैं। क्या बात है। संत याकूब कहता ਜਿਹੜੇ ਧੀਰਜ ਧਰਦੇ ਆ, ਉਤਾਵਲੀ ਨਹੀਂ ਕਰਦੇ, ਕਾਲੀ ਨਹੀਂ ਕਰਦੇ, ਪਰਮਾਤਮਾ ਉਹਨਾਂ ਨੂੰ ਕੀ ਕਹਿੰਦੇ? ਧੰਨ ਤਾਂ ਪਰਮਾਤਮਾ ਹੈ, ਲੇਕਿਨ ਪਰਮਾਤਮਾ ਉਹਨਾਂ ਨੂੰ ਧੰਨ ਕਰਨੇ ਆ ਜਿਹੜੇ ਧੀਰਜ ਧਰਦੇ। तुमने अय्यूब के धीरज के विषय में तो सुना ही है और प्रभु की ओर से जो उसका प्रतिफल हुआ उसे भी जान लिया है। अय्यूब की किताब पढ़ांगे तो तुहानू अय्यूब के धीरज बारे पता लग जाएगा। प्लीज़ तुसी इस चैप्टर नू अपने निजी तौर पर, पर्सनल तौर पर पढ़ना। जिससे प्रभु की अत्यंत करुणा और दया प्रगट होती है। अय्यूब के ऊपर
ਧੀਰਜਵੰਤ ਹੋਣ ਨਾਲ। ਔਰ ਤੁਸੀਂ ਆਯੂਬ ਦੇ ਸਬਰ ਦੇ ਵਿਸ਼ੇ ਵਿੱਚ ਤਾਂ ਸੁਣਿਆ ਹੀ ਹੈ ਕਿ ਆਯੂਬ ਦਾ ਅੰਤ ਬੜਾ ਸਬਰ ਵਾਲਾ ਸੀ। ਕਿਉਂ ਸਬਰ ਵਾਲਾ ਸੀ? ਕਿਉਂਕਿ ਉਹ ਧੀਰਜਵੰਤ ਪੁਰਸ਼ ਸੀਗਾ। ਉਸ ਦਾ ਅੰਤ ਬੜਾ ਸਬਰ ਵਾਲਾ ਸੀ। ਧੀਰਜ ਧਰਨ ਕਰਕੇ ਉਸ ਦਾ ਅੰਤ ਸਬਰ ਵਾਲਾ ਹੋਇਆ। ਫਿਰ ਯਾਕੂਬ ਦੀ ਆਪਾਂ 5:7 ਪੜ੍ਹਦੇ ਹਾਂ। इसलिए हे भाइयों, प्रभु के आगमन तक धीरज धरो। देखो, किसान पृथ्वी की बहुमूल्य फसल की आशा रखता हुआ प्रथम और अंतिम वर्षा होने तक धीरज धरता है। इसी तरह सानू भी हे मेरे भैनों ते भरावो, प्रभु के आगमन तक धीरज धरना है। जिस तरह किसान पृथ्वी की बहुमूल्य फसल की आशा रखता है, ਜਦੋਂ किसान ਧਰਤੀ ਦੇ ਬੀਜ ਬੋਂਦਾ ਹੈ, ਬੀਜ ਬੋਣ ਤੋਂ ਬਾਅਦ ਕੀ ਉਹਦਾ ਕੰਮ ਕੀ ਹੁੰਦਾ? ਆਸ ਰੱਖਣਾ ਕਿ ਬਹੁਤ ਵਧੀਆ ਫਸਲ ਆਏਗੀ। ਧੀਰਜ ਧਰਦਾ ਹੈ, ਵੇਟ ਕਰਦਾ ਹੈ। ਇਸੇ ਤਰ੍ਹਾਂ ਹੀ ਸਾਨੇ ਵੀ ਆਪਣੇ ਜੀਵਨ ਦੇ ਵਿੱਚ ਧੀਰਜ ਧਰਨਾ, ਸਬਰ ਰੱਖਣਾ। ਸਬਰ ਬਹੁਤ ਜ਼ਰੂਰੀ ਹੈ। ਇਹ ਸਾਡਾ ਪਾਰਟ ਹੈ, ਸਾਡੇ ਜੀਵਨ ਦਾ ਪਾਰਟ ਹੈ ਸਬਰ। ਅਗਰ ਸਾਡੇ ਜੀਵਨ ਦੇ ਵਿੱਚ ਸਬਰ ਨਹੀਂ ਹੈ ਤਾਂ ਸਾਡਾ ਅੰਤ ਵਧੀਆ ਨਹੀਂ ਹੋਏਗਾ ਮੇਰੇ ਭੈਣੋਂ ਤੇ ਭਰਾਵੋ। ਕਲਾਮ ਇੱਕ ਵਧੀਆ ਅੰਤ ਦੇ ਬਾਰੇ ਹੈ। ਵਧੀਆ ਅੰਤ ਕਿਸ ਤਰ੍ਹਾਂ ਹੋਏਗਾ? ਸਿਰਫ ਸਬਰ ਨਾਲ। ਸਬਰ ਬਹੁਤ ਜ਼ਰੂਰੀ ਚਾਹੀਦਾ ਸਾਨੂੰ। ਜਿਸ ਤਰ੍ਹਾਂ किसान पृथ्वी के बहुमूल्य फसल की आशा रखता है, उस तरह साड़ी आस परमेश्वर उपर है कि साडा अंत वधिया होवे। किसान वर्गी आस साड़ी भी होनी चाहिए है कि साडा अंत वधिया होवे। असी आस किस पर रखनी है? परमात्मा ते। किसान भी आस किस ते रखता? परमात्मा ते। वो बीज के उपर आस नहीं रखता कि बीज वधिया कि बीज उगेगा, नहीं। बीज किहदे नाल उगना? परमात्मा की दया किरपा नाल ही उगना है। इसे तरह साडे जीवन के उत्ते भी परमात्मा की दया किरपा तो बगैर साडी साडा जिहड़ा अंत है वो वधिया नहीं हो सकता। लेकिन परमात्मा सानू दस रहा है कि तुहाडा अंत किद्दां वधिया हो सकदा? किद्दां? सबर रखण नाल। सबर सानू जरूरी है। सबर किद्दां मिलेगा? परमात्मा तो किरपा मंगण नाल। परमात्मा तो मांगोगे तो तुम्हें दिया जाएगा। मंगना की है? सबर। ये नहीं मैनू कोठी दे दो, मैनू बंगला दे दो, मैनू गड्डी दे दो, मैनू अच्छा काम रोज़गार दे दो। ये तो चलो चाहिए भी इत्थे रहिंदे होए, लेकिन जिहड़ा साडा अनंत सवारेगा सानू वो चीज़ां मंगणियां। सबर। ये चीज़ां तां उरी रह जाणियां, लेकिन साडे नाल जो जाएगा वो साडा सबर जाएगा, वो साडा अच्छा अंत जाएगा। प्रभु बहुत ही दयालु और कृपालु परमेश्वर है। क्या बात है। सचमुच प्रभु कहते मैनू चख के देख मैं किन्ना भला है। जिद्दां असी कोई भी खाना बनता है, ਜਦੋਂ तक असी उसका स्वाद नहीं देखते उदों तक सानू खाने का स्वाद नहीं पता हुंदा, क्योंकि खाना खाने लिए खाने नूं चखना पैंदा है, तां ही सानू स्वाद का पता लगता। इसी तरह ही प्रभु भी कहते हैं मैनू चख के देख के मैं किन्ना भला है, मेरा स्वाद लेके देख। ये ईश्वरी स्वाद है। जिसने ईश्वरी स्वाद ले लिया उसनूं जिहड़ा संसारिक स्वाद है, जिहड़ी अज संसार ले रहा, ये स्वाद तो फिक्का लगेगा, क्योंकि इस स्वाद दे विच तां स्वाद नहीं है, टेस्ट नहीं है। लेकिन परमात्मा दे विच बहुत स्वाद है, बहुत कल एक तरह का स्वाद नहीं, बहुत तरह का स्वाद है। इनू ईश्वरी स्वाद कहने हैं। ईश्वरी स्वाद लैके तो देख कि प्रभु किन्ने कृपालु और दयालु परमेश्वर हैं। वो कृपा करने वाले परमेश्वर हैं। इस करके प्रभु के आउण तक सबर रखो।
ਇਸ ਤਰ੍ਹਾਂ ਦੇ ਸੰਤ ਕਿਹੜੇ? ਜਿਹੜੇ ਸਬਰ ਰੱਖਦੇ ਆ। ਜੋ ਸਬਰ ਰੱਖਦੇ ਆ, ਚਾਹੇ ਚਲੇ ਵੀ ਜਾਣ, ਚਲੇ ਜਾਣ ਦਾ ਮਤਲਬ ਹੈ ਕਿ ਪਹਿਲਾਂ ਆਪਣੀ ਇਸ ਦੇਹ ਨੂੰ ਛੱਡ ਦੇਣ, ਚਾਹੇ ਚਲੇ ਜਾਣ, ਚਾਹੇ ਪ੍ਰਭੂ ਦੇ ਰੈਪਚਰ ਸਮੇਂ ਉਠਾਏ ਜਾਣ, ਪਰ ਜਿਹੜਾ ਉਹਨਾਂ ਦਾ ਅੰਤ ਹੋਏਗਾ ਉਹ ਬੜਾ ਹੀ ਉੱਤਮ ਹੋਏਗਾ। ਸੱਚਮੁੱਚ ਇਸ ਤਰ੍ਹਾਂ ਦੇ ਸੰਤਾਂ ਦਾ, ਜਿਹੜੇ ਸਬਰ ਰੱਖਦੇ ਆ, ਉਹਨਾਂ ਦਾ ਅੰਤਮ ਬੜਾ ਉੱਤਮ ਹੋਏਗਾ। ਇਹ ਬਾਣੀ, ਇਹ ਕਲਾਮ ਦੱਸਦਾ ਹੈ। ਤਾਂ ਫਿਰ ਆਓ ਮੇਰੇ ਦੋਸਤੋ, ਮੇਰੀ ਭੈਣੋ, ਉਸ ਦੀ ਰਾਹ ਤੱਕਦੇ ਤੱਕਦੇ ਕਦੇ ਵੀ ਥੱਕੀਏ ਨਾ। ਸੱਚਮੁੱਚ ਪਰਮੇਸ਼ਵਰ ਦੀ ਰਾਹ ਤੱਕਦੇ ਤੱਕਦੇ ਕਦੇ ਵੀ ਥੱਕੀਏ ਨਾ। ਆਪਣੇ ਆਪ ਨੂੰ ਕਦੇ ਵੀ ਥੱਕਿਆ ਹੋਇਆ ਇਨਸਾਨ ਨਾ ਸਮਝੇ ਕਿ ਮੈਂ ਤਾਂ ਖਤਮ ਹੈ। ਨੋ, ਸਾਡੀ ਆਸ ਪ੍ਰਭੂ ਯਿਸੂ ਮਸੀਹ ਹੈ, ਸਾਡੀ ਉਮੀਦ ਪ੍ਰਭੂ ਯਿਸੂ ਮਸੀਹ ਹੈ, ਸਾਡਾ ਜੀਵਨ ਪ੍ਰਭੂ ਯਿਸੂ ਮਸੀਹ ਹੈ, ਸਾਡਾ ਸਭ ਕੁਝ ਪ੍ਰਭੂ ਯਿਸੂ ਮਸੀਹ ਹੈ। ਦੋਸਤ ਉਸ ਨੂੰ ਬਣਾਓ ਜਿਹੜਾ ਤੁਹਾਡਾ ਇੱਥੇ ਵੀ ਦੋਸਤ ਹੈ, ਇਸ ਜੀਵਨ ਦੇ ਵਿੱਚ ਵੀ, ਔਰ ਜਦੋਂ ਅਸੀਂ ਇਸ ਜੀਵਨ ਨੂੰ ਛੱਡੀਏ ਤਾਂ ਉੱਥੇ ਵੀ ਸਾਡਾ ਦੋਸਤ ਹੋਵੇ। ਇਹ ਸੰਸਾਰਿਕ ਦੋਸਤ ਤਾਂ ਉਰੇ ਰਹਿ ਜਾਣੇ ਆ, ਲੇਕਿਨ ਉਹ ਦੋਸਤ ਜਿਹੜਾ ਹਮੇਸ਼ਾ ਸਾਡੇ ਨਾਲ ਰਹੇਗਾ, ਉਸ ਨੂੰ ਦੋਸਤ ਬਣਾਓ। ਸੱਚਮੁੱਚ ਸੰਸਾਰ ਨੂੰ ਮੈਨੇ ਵੀ ਬਹੁਤ ਪਿਆਰ ਕੀਤਾ ਹੈ, ਲੇਕਿਨ ਮੈਨੂੰ ਸੰਸਾਰ ਨੇ ਕੁਛ ਨਹੀਂ ਦਿੱਤਾ। ਬਦਲੇ ਦੇ ਵਿੱਚ ਨਫ਼ਰਤ, ਬਦਲੇ ਦੇ ਵਿੱਚ ਨਿੰਦਾ, ਬਦਲੇ ਦੇ ਵਿੱਚ ਮੌਤ ਮਿਲੀ ਹੈ। ਲੇਕਿਨ ਧੰਨਵਾਦ ਪ੍ਰਭੂ ਯਿਸੂ ਮਸੀਹ ਦਾ ਕਿ ਉਹਨਾਂ ਨੇ ਮੈਨੂੰ ਇਸ ਸੰਸਾਰ ਦੇ ਵਿੱਚ ਚੁਣ ਲਿਆ, ਉਹਨਾਂ ਨੇ ਮੈਨੂੰ ਇਸ ਸੰਸਾਰ 'ਚੋਂ ਲੈ ਲਿਆ। ਕਿਸ ਲਈ? ਪਹਿਲਾਂ ਤਾਂ ਇਸ ਸੰਸਾਰ ਤੋਂ ਮੈਨੂੰ ਬਚਾ ਲਿਆ। ਹੁਣ ਮੈਨੂੰ ਬਚਾਉਣ ਤੋਂ ਬਾਅਦ ਮੇਰੀ ਕੀ ਡਿਊਟੀ ਲਈ ਹੈ ਕਿ ਮੈਂ ਵੀ ਜਿਹੜੇ ਮੇਰੇ ਵਾਂਗੂ ਪਾਪਾਂ ਦੇ ਵਿੱਚ ਫਸੇ ਹੋਏ ਆ, ਮੇਰੇ ਵਾਂਗੂ ਸੰਸਾਰ ਦੇ ਵਿੱਚ ਫਸੇ ਹੋਏ ਆ, ਉਹਨਾਂ ਨੂੰ ਕੱਢ ਕੇ ਪਰਮਾਤਮਾ ਦੇ ਚਰਨਾਂ 'ਚ ਲਿਆ ਸਕਾਂ। ਨਾ ਹੋਵੇ ਕਿ ਉਹ ਕੱਲ੍ਹ ਨੂੰ ਬਿਮਾਰੀਆਂ ਦੇ ਵਿੱਚ, ਉਲਝਣਾਂ ਦੇ ਵਿੱਚ, ਗੰਦੀ ਮੌਤ ਦੇ ਵਿੱਚ, ਕਿਉਂਕਿ ਉਹਨਾਂ ਦਾ ਅੰਤ ਮਾੜਾ ਨਾ ਹੋਵੇ। ਉਹ ਮਾੜੇ ਅੰਤ ਤੋਂ ਬਚਾਉਣ ਦੇ ਲਈ ਮੇਰੀ ਡਿਊਟੀ ਲਈ ਹੈ ਪਰਮਾਤਮਾ ਨੇ ਕਿ ਮੈਂ ਤੁਹਾਨੂੰ, ਮੇਰੇ ਦੁਆਰਾ ਪਰਮਾਤਮਾ ਤੁਹਾਡੇ ਨਾਲ ਗੱਲ ਕਰ, ਮੈਂ ਨਹੀਂ, ਸੱਚਮੁੱਚ ਮੈਂ ਨਹੀਂ ਗੱਲ ਕਰ ਰਿਹਾ, ਪਰਮਾਤਮਾ ਤੁਹਾਡੇ ਨਾਲ ਗੱਲ ਕਰ ਰਿਹਾ। ਕਿਉਂਕਿ ਪਰਮਾਤਮਾ ਨੇ ਮੈਨੂੰ, ਪਹਿਲਾਂ ਤਾਂ ਮੈਂ ਨਿਰਾਦਰ ਦਾ ਭਾਂਡਾ ਸੀ, ਲੇਕਿਨ ਪਰਮਾਤਮਾ ਨੇ ਮੈਨੂੰ ਹੁਣ ਆਦਰ ਦਾ ਭਾਂਡਾ ਬਣਾ ਲਿਆ ਤਾਂ ਕਿ ਮੈਂ ਮਾਲਕ ਦੇ ਕੰਮ ਆਵਾਂ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਮਸੀਹ ਦਾ, ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਮੇਰੇ ਲਈ ਭੇਜ ਦਿੱਤਾ ਤਾਂ ਕਿ ਮੈਂ ਆਦਰ ਦਾ ਭਾਂਡਾ ਬਣ ਜਾਵਾਂ। ਕਲਾਮ 'ਚ ਲਿਖਿਆ, ਜਿਹੜੇ ਲੋਕ ਪਹਿਲਾਂ ਮੇਰੇ ਬੁਰੇ ਕੰਮਾਂ ਨੂੰ ਦੇਖ ਕੇ ਮੇਰੀ ਬੁਰਾਈ ਕਰਦੇ ਸੀ, ਹੁਣ ਉਹੀ ਲੋਕ ਮੇਰੇ ਭਲੇ ਕੰਮਾਂ ਨੂੰ ਦੇਖ ਕੇ ਮੇਰੇ ਪਰਮੇਸ਼ਵਰ ਜਿਹੜੇ ਕਿ ਸਵਰਗ ਦੇ ਵਿੱਚ ਬੈਠੇ ਆ, ਮੇਰੇ ਪਰਮੇਸ਼ਵਰ ਦੀ ਵਡਿਆਈ, ਮਹਿਮਾ, ਆਰਾਧਨਾ ਕਰਨ। ਹਾਲੇਲੂਇਆ। ਧੰਨਵਾਦ ਮੇਰੇ ਦਾਤਾ, ਤੁਹਾਡੀ ਵਡਿਆਈ ਹੋਵੇ, ਤੁਹਾਡੀ ਮਹਿਮਾ ਹੋਵੇ, ਤੁਹਾਡੀ ਆਰਾਧਨਾ ਹੋਵੇ। ਤੁਸੀਂ ਮੈਨੂੰ ਆਪਣੇ ਲਾਇਕ ਬਣਾਇਆ। ਹਾਲੇਲੂਇਆ। ਧੰਨਵਾਦ ਪਰਮੇਸ਼ਵਰ, ਧੰਨਵਾਦ। ਤਾਂ ਫਿਰ ਮੇਰੇ ਦੋਸਤੋ, ਪਲੀਜ਼ ਆਓ ਉਸ ਦੀ ਰਾਹ ਤੱਕਦੇ ਤੱਕਦੇ ਕਦੇ ਵੀ ਥੱਕੀਏ ਨਾ, ਔਰ ਕਦੇ ਵੀ ਆਪਣੇ ਹਥਿਆਰ ਜ਼ਮੀਨ ਤੇ ਗਿਰਨ ਨਾ ਦਈਏ। ਹੁਣ ਕੁਐਸਚਨ ਹੈ ਕਿ ਹਥਿਆਰ ਕਿਹੜੇ ਆ, ਕਿ ਆਪਾਂ ਜਿਹੜੇ ਸਾਡੇ ਹੱਥ 'ਚ ਕਿਹੜੇ ਹਥਿਆਰ ਆ ਕਿ ਜਿਹੜੇ ਅਸੀਂ ਜ਼ਮੀਨ ਤੇ ਨਹੀਂ ਗਿਰਨ ਦੇਣੇ। ਇਹ ਹਥਿਆਰ ਹੈ ਆਤਮਿਕ ਹਥਿਆਰ। ਸਾਡੀ ਜਿਹੜੀ ਲੜਾਈ ਹੈ ਭਾਈ, ਇਹ ਮਾਸ ਔਰ ਲਹੂ ਨਾਲ ਨਹੀਂ ਹੈ। ਇਹ ਜਿਹੜੇ ਲੋਕ ਸਾਨੂੰ ਦਿਖ ਰਹੇ ਆ, ਇਹਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ। ਸਾਡੀ ਲੜਾਈ ਹੈ ਅੰਤਕਾਰ ਸ਼ਕਤੀਆਂ ਨਾਲ, ਉਹ ਸ਼ਕਤੀਆਂ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀਆਂ। ਸਾਡੀ ਲੜਾਈ ਉਹਨਾਂ ਨਾਲ ਹੈ। ਸਾਡੀ ਲੜਾਈ ਹਵਾ ਨਾਲ ਹੈ, ਲੇਕਿਨ ਹਵਾ ਨੂੰ ਲੜਨ ਦੇ ਲਈ ਹਵਾ ਬਣਨਾ ਪਏਗਾ।
क्योंकि प्रभु कहते वचन च लिखिया जिहड़ी चीज़ दिखती है, ये संसार दिखता वो थोड़े समय का है, जिहड़ी चीज़ नहीं दिखती वो हमेशा तक बनी रहेगी। इसी तरह परमात्मा वो भी नहीं दिखते, वो हमेशा तक बने रहेंगे। ये शैतान है, ये भी नहीं दिखता। आत्मा चार तरह के आत्मा है, चार तरह के आत्मा प्रभु की दया कृपा नाल मैं तुहानूं दसदा जी। नंबर 1 इंसान का आत्मा, प्लीज़ नोट कर लो। नंबर 1 इंसान का आत्मा। नंबर 2 शैतान का आत्मा। नंबर 3 खुद परमात्मा जिन्होंने सारे आत्मा बनाए हैं। नंबर 4 परमात्मा के स्वर्गदूत, ये सेवा टहल की आत्मा है। ये चार तरह के आत्मा है। पंजवा कोई आत्मा नहीं है, बाकी सबना दे विच प्राण और लहू है, जान है। इसलिए ये जिहड़े साडे हथियार है लड़ाई दे, ये आत्मिक हथियार है। ये शरीरिक नहीं है। प्लीज़ तुसी मेरे नाल इफसियो 6:11 ये वचन कड्डो। इफसियो 6:11। पढ़ांगे। परमेश्वर के सारे हथियार बांध लो। ये हथियार किहदे हैं जी? परमेश्वर दे हैं, ये साडे नहीं है, साडे बनाए हुए हथियार नहीं है। परमेश्वर के सारे हथियार बांध लो कि तुम, साडे नाल गल हो रही है, कि तुम परमेश्वर की युक्तियों के सामने, शैतान की युक्तियों के सामने खड़े रह सको। शैतान का की काम है? युक्तियां बनता है। कदों असी उसकी युक्तियां नूं, उसदी युक्तियां दे नाल किद्दां लड़ांगे? वो हैगे आत्मिक हथियार। कोई गल नहीं, प्रभु ये आत्मिक हथियार भी किहड़े हैं, ये प्रभु की दया कृपा नाल अगर तुसी जरूर सुनना चाहोगे तो मैं प्रभु की दया कृपा नाल ये हथियारों बारे भी तुहानूं दसांगा, ये आत्मिक हथियार किहड़े हैं ते हथियारों दे नाल किस तरह लड़ाई हुंदी है, ये भी प्रभु दसेंगे। आपां इहदे बारे भी गल करांगे। फिलहाल मेरा विषय ये है कि असी अपने आत्मिक हथियारों नूं गिरन नहीं देना। शैतान बहुत युक्तियां बनांदा है साडे जीवन दे विच, साडे जीवन दे विच बड़ी प्रॉब्लम्स लिआंदा है, साडे जीवन च करजे लिआंदा है, साडे जीवन दे विच बीमारियां लिआंदा, साडे जीवन दे विच ऐसे ऐसे काम लिआंदा है कि असी परमात्मा दे कोल आ ना सकीए, असी सबर ना रख सकीए। इन्नियां लानतां बीमारियां साडे उपर पा दिंदा है, इन्नी चिंतावां साडे उपर पा दिंदा है ताकि असी परमात्मा दे कोल जा ही ना सकीए। असी इस दे विच उलझ जाने हैं। लोग सियाणियां बाबियां दे कोल उलझे रहने हैं, लोग अपने काम नूं ठीक करन दे विच उलझे रहने हैं, करजे चुकाउण दे विच उलझे रहने हैं, लेकिन परमात्मा को नहीं आ सकते। प्रभु कहंदे तू परमात्मा दे राज और धर्म की खोज कर, ये चीज़ां तां तेरे पिछे ऑटोमैटिक ही आ जाएंगे। ये ऑटोमैटिक काम है। पैसा ऑटोमैटिक तुहाडे कोल आएगा, तुहाडे कर्जे ऑटोमैटिक उतर जाएंगे, तुहाडी बीमारियां ऑटोमैटिक ठीक हो जाएंगियां, दुष्ट ऑटोमैटिक तुहाडे घर दे विचों चला जाएगा। साने की करना है? सानू परमात्मा ने कहा तू परमात्मा दे राज और धर्म की खोज कर। प्रभु यीशु मसीह दे राज और धर्म की खोज करने सानू क्या है, बस बाकी ये चीज़ां तेरे पिछे आणगियां। अज असी की करते? अज असी चीज़ां दे पिछे भजे फिरदे हैं, लेकिन सानू ये चीज़ां तो, इन्हां दे पिछे भजन तो परमात्मा ने रोकिया है
ਇਹ ਚੀਜ਼ਾਂ ਤੇਰੇ ਪਿੱਛੇ ਭੱਜਣਗੀਆਂ, ਤੂੰ ਇਹਨਾਂ ਦੇ ਪਿੱਛੇ ਨਹੀਂ ਭੱਜਣਾ। ਸੋ ਇਸ ਲਈ ਸਾਨੂੰ ਆਪਣੇ ਆਤਮਿਕ ਹਥਿਆਰਾਂ ਨੂੰ ਡਿੱਗਣ ਨਹੀਂ ਦੇਣਾ। ਇਸ ਤਰ੍ਹਾਂ ਇਹ ਆਤਮਿਕ ਹਥਿਆਰਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਬੰਨ੍ਹ ਕੇ ਰੱਖਣਾ, ਤਾਂ ਕਿ ਦੁਸ਼ਟ ਦੀਆਂ ਯੁਕਤੀਆਂ ਦਾ ਸਾਹਮਣਾ ਕਰਕੇ ਅੰਤ ਤੱਕ ਖੜੇ ਰਹਿ ਸਕੀਏ। ਸੋ ਮੇਰੇ ਭੈਣੋ ਤੇ ਭਰਾਵੋ, ਵਧੀਆ ਅੰਤ ਕਿਸ ਤਰ੍ਹਾਂ ਹੋਵੇਗਾ? ਆਯੂਬ ਵਾਂਗੂ ਸਬਰ ਰੱਖਣਾ। ਸਾਰੇ ਭੈਣ ਭਾਈ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਸਭਨਾਂ ਨੂੰ ਯਿਸੂ ਮਸੀਹ ਨਾਲ ਆਸ਼ੀਸ਼ ਦੇਵੇ ਵਚਨਾਂ ਦੁਆਰਾ। ਆਮੀਨ।